ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਹੈ। ਅਸੀਂ ਸਰਵਸ਼ਕਤੀਮਾਨ ਪਿਤਾ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਕਿ ਉਹਨੇ ਸਾਨੂੰ ਇੱਕ ਵਾਰੀ ਫਿਰ ਤੋਂ ਆਪਣੇ ਵਚਨ ਦੇ ਰਾਹੀਂ ਤੁਹਾਡੇ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ। ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਲਗਾਤਾਰ ਪਰਮੇਸ਼ਰ ਦੇ ਦਾਸ ਡਾਕਟਰ ਡੇਵਿਡ ਜਰਮਾਇਆ ਤੋਂ ਆਤਮਿਕ ਯੁੱਧ ਦੇ ਉੱਤੇ ਲੜੀਵਾਰ ਸਿੱਖਿਆ ਨੂੰ ਪ੍ਰਾਪਤ ਕਰਦੇ ਆ ਰਹੇ ਹਾਂ। ਤੁਸੀਂ ਇਹ ਵੀ ਜਾਣ ਚੁੱਕੇ ਹੋ ਕਿ ਅਸੀਂ ਆਤਮਿਕ ਯੁੱਧ ਬਾਰੇ ਇਹ ਸਿੱਖਿਆ ਅਫਸੀਆਂ ਦੀ ਪੱਤਰੀ ਦੇ 6ਵੇਂ ਅਧਿਆਇ ਤੋਂ ਪ੍ਰਾਪਤ ਕਰ ਰਹੇ ਹਾਂ। ਅਸੀਂ ਪਰਮੇਸ਼ਰ ਦੇ ਸ਼ਸਤਰਾਂ ਬਸਤਰਾਂ ਬਾਰੇ ਜਾਣ ਰਹੇ ਹਾਂ। ਇਹਨਾਂ ਸ਼ਸਤਰਾਂ ਬਸਤਰਾਂ ਦੇ ਵਿੱਚੋਂ ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਮੁਕਤੀ ਦੇ ਟੋਪ ਬਾਰੇ ਗੱਲਬਾਤ ਕਰ ਰਹੇ ਸੀ। ਅਸੀਂ ਜਾਣਿਆ ਕਿ ਮੁਕਤੀ ਦਾ ਟੋਪ ਸਾਡੇ ਲਈ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਇਹ ਸਾਡੇ ਮਨਾਂ ਅਤੇ ਦਿਮਾਗਾਂ ਦੇ ਵਿੱਚ ਪਰਮੇਸ਼ਰ ਦੇ ਵਿਚਾਰਾਂ ਨੂੰ ਸੁਰੱਖਿਅਤ ਰੱਖਦਾ ਹੈ। ਇਸ ਤੋਂ ਇਲਾਵਾ ਮੁਕਤੀ ਦਾ ਟੋਪ ਸਾਡੇ ਮਨਾਂ ਦੇ ਵਿੱਚ ਸ਼ੈਤਾਨ ਦੁਆਰਾ ਆਪਣੇ ਅਗਨਬਾਣਾਂ ਦੇ ਰਾਹੀਂ ਸਾਡੇ ਉੱਤੇ ਕੀਤੇ ਜਾਣ ਵਾਲੇ ਹਮਲਿਆਂ ਤੋਂ ਵੀ ਬਚਾਉਂਦਾ ਹੈ। ਦੋਸਤੋ, ਅੱਜ ਅਸੀਂ ਪਰਮੇਸ਼ਰ ਦੇ ਇੱਕ ਹੋਰ ਸ਼ਸਤਰ ਦੇ ਬਾਰੇ ਆਪਣੀ ਸਿੱਖਿਆ ਨੂੰ ਸ਼ੁਰੂ ਕਰਨ ਜਾ ਰਹੇ ਹਾਂ। ਪਰਮੇਸ਼ਵਰ ਦੇ ਇਸ ਸ਼ਸਤਰ ਦਾ ਨਾਮ ਹੈ ਆਤਮਾ ਦੀ ਤਲਵਾਰ। ਆਤਮਾ ਦੀ ਤਲਵਾਰ ਦੇ ਸਾਡੇ ਇਸ ਪ੍ਰੋਗਰਾਮ ਦੀ ਰੂਪਰੇਖਾ ਇਸ ਪ੍ਰਕਾਰ ਹੈ। ਇਸ ਦੇ ਵਿੱਚ ਅਸੀਂ ਦੋ ਮੁੱਖ ਗੱਲਾਂ ਨੂੰ ਵੇਖਾਂਗੇ। ਪਹਿਲੀ ਗੱਲ ਹੈ ਆਤਮਾ ਦੀ ਤਲਵਾਰ ਦੀ ਵਿਆਖਿਆ। ਦੂਜੀ ਗੱਲ ਹੈ ਆਤਮਾ ਦੀ ਤਲਵਾਰ ਦਾ ਪ੍ਰਭਾਵ। ਦੋਸਤੋ, ਪਰਮੇਸ਼ਰ ਦੇ ਇਸ ਆਤਮਿਕ ਹਥਿਆਰ ਦੇ ਲਈ ਆਓ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਚੱਲਦੇ ਹਾਂ ਪਰਮੇਸ਼ਰ ਦੇ ਦਾਸ ਡਾਕਟਰ ਡੇਵਿਡ ਜਰਮਾਇਆ ਦੇ ਕੋਲ। ਆਤਮਿਕ ਯੁੱਧ ਦੀ ਨਾਂ ਦੀ ਇਸ ਲੜੀ ਵਿੱਚ ਇਹ 8ਵਾਂ ਪ੍ਰੋਗਰਾਮ ਹੈ। ਪਿਛਲੇ ਕੁਝ ਕੁ ਪ੍ਰੋਗਰਾਮਾਂ ਵਿੱਚ ਅਸੀਂ ਪਰਮੇਸ਼ਰ ਦੇ ਸ਼ਸਤਰਾਂ ਵਸਤਰਾਂ ਬਾਰੇ ਸਿੱਖਦੇ ਆ ਰਹੇ ਹਾਂ। ਅੱਜ ਦੇ ਇਸ ਪ੍ਰੋਗਰਾਮ ਦੀ ਰੂਪਰੇਖਾ ਕੁਝ ਇਸ ਤਰ੍ਹਾਂ ਹੋਵੇਗੀ। ਨੰਬਰ 1, ਆਤਮਾ ਦੀ ਤਲਵਾਰ ਦੀ ਵਿਆਖਿਆ। ਨੰਬਰ 2, ਆਤਮਾ ਦੀ ਤਲਵਾਰ ਦਾ ਪ੍ਰਭਾਵ। ਨੰਬਰ 1, ਇਹ ਸੱਚਾਈ ਪ੍ਰਚਾਰ ਦੀ ਸ਼ਕਤੀ ਦਾ ਬਿਆਨ ਕਰਦੀ ਹੈ। ਨੰਬਰ 2, ਸੱਚਾਈ ਨਿਯਤਮ ਢੰਗ ਨਾਲ ਸਮੁੱਚੀ ਬਾਈਬਲ ਨੂੰ ਪੜ੍ਹਨ ਲਈ ਅੰਚਿਤ ਹੋਣ ਲਈ ਉਤਸ਼ਾਹਿਤ ਕਰਦੀ ਹੈ। ਨੰਬਰ 3, ਇਹ ਸੱਚਾਈ ਸਾਨੂੰ ਪਰਮੇਸ਼ਰ ਦੀ ਬਾਣੀ ਦੇ ਮੁੱਖ ਭਾਗਾਂ ਨੂੰ ਮੂੰਹ ਜ਼ਬਾਨੀ ਯਾਦ ਕਰਨ ਲਈ ਤੇ ਉਦਮ ਕਰਨ ਲਈ ਪ੍ਰੇਰਨਾ ਦਿੰਦੀ ਹੈ। ਸੋਵੀਅਤ ਯੂਨੀਅਨ ਵਿੱਚ ਇੱਕ ਘਰੇਲੂ ਕਲੀਸਿਆ ਨੇ ਲੂਕਾ ਦੀ ਅੰਜੀਲ ਦੀ ਇੱਕ ਕਾਪੀ ਪ੍ਰਾਪਤ ਕੀਤੀ। ਉਹਨਾਂ ਕੋਲ ਸਿਰਫ ਇਹੋ ਹੀ ਇੱਕੋ ਇੱਕ ਬਾਈਬਲ ਬਾਣੀ ਦਾ ਹਿੱਸਾ ਸੀ। ਇਸ ਭਾਗ ਉਹਨਾਂ ਨੇ ਇਸ ਨੂੰ ਛੋਟੇ-ਛੋਟੇ ਟੁਕੜਿਆਂ ਜਾਂ ਭਾਗਾਂ ਵਿੱਚ ਵੰਡ ਕੇ ਉਸ ਕਲੀਸਿਆ ਵਿੱਚੋਂ ਵਿਸ਼ਵਾਸੀਆਂ ਦੀ ਦੇਹ ਵਿੱਚ ਵੰਡ ਦਿੱਤਾ। ਉਹਨਾਂ ਦੀ ਯੋਜਨਾ ਉਸ ਭਾਗ ਨੂੰ ਜੋ ਉਹਨਾਂ ਨੂੰ ਦਿੱਤਾ ਗਿਆ ਸੀ ਉਸ ਨੂੰ ਮੂੰਹ ਜ਼ਬਾਨੀ ਯਾਦ ਕਰਕੇ ਅਗਲੇ ਪ੍ਰਭੂ ਦੇ ਦਿਨ ਮਿਲ ਕੇ ਦੁਆਰਾ ਫਿਰ ਉਹਨਾਂ ਭਾਗਾਂ ਨੂੰ ਵੰਡਣ ਦੀ ਹੁੰਦੀ ਸੀ ਤਾਂ ਕਿ ਉਹ ਇੱਕ ਹੋਰ ਹਿੱਸੇ ਉੱਤੇ ਕਾਰਜ ਕਰ ਸਕਣ। ਐਤਵਾਰ ਨੂੰ ਇਹ ਵਿਸ਼ਵਾਸੀ ਲੁਕ ਛੁਪ ਕੇ ਗੁਪਤ ਤੌਰ ਛੋਟੀਆਂ-ਛੋਟੀਆਂ ਟੋਲੀਆਂ ਵਿੱਚ ਸਾਰਾ ਦਿਨ ਇਕੱਠੇ ਰਹਿੰਦੇ ਤਾਂ ਕਿ ਉਹਨਾਂ ਉੱਤੇ KGB ਨਾਂ ਦੀ ਵਿਸ਼ਵਾਸੀਆਂ ਦੀ ਨਜ਼ਰ ਰੱਖਣ ਵਾਲੀ ਸੰਸਥਾ ਨੂੰ ਸੂਚਨਾ ਦੇਣ ਵਾਲਿਆਂ ਨੂੰ ਕੋਈ ਸ਼ੱਕ ਨਾ ਪਵੇ। ਹਨੇਰਾ ਹੋਣ ਦੇ ਵਕਤ ਉਹ ਸਭ ਅੰਦਰ ਆ ਜਾਂਦੇ ਸਨ, ਫਿਰ ਖਿੜਕੀਆਂ ਅਤੇ ਦਰਵਾਜ਼ੇ ਬੰਦ ਕੀਤੇ ਜਾਂਦੇ ਸਨ। ਇਸ ਤਰ੍ਹਾਂ ਉਹਨਾਂ ਨੇ ਚੁੱਪਚਾਪ ਇੱਕ ਭਜਨ ਗਾਉਂਦਿਆਂ ਬੇਦਾਰੀ ਦਾ ਆਰੰਭ ਕੀਤਾ, ਪਰ ਸਭ ਗਹਿਰੀ ਸ਼ਰਧਾ ਨਾਲ ਅਚਾਨਕ ਹੀ ਦਰਵਾਜ਼ਾ ਜ਼ੋਰ ਨਾਲ ਖੁੱਲਿਆ ਅਤੇ ਉਹਨਾਂ ਦੇ ਉਸ ਕਮਰੇ ਵਿੱਚ 2 ਸਵਚਾਲਿਕ ਹਥਿਆਰ ਨਾਲ ਲੈਸ ਸਿਪਾਹੀ ਅੰਦਰ ਆ ਗਏ। ਇੱਕ ਨੇ ਉੱਚੀ ਆਵਾਜ਼ ਨਾਲ ਆਖਿਆ, ਬਸ ਸਭ ਦੀਵਾਰ ਦੇ ਨਾਲ ਲੱਗ ਕੇ ਕਤਾਰ ਵਿੱਚ ਖੜੇ ਹੋ ਜਾਓ। ਜੇਕਰ ਤੁਸੀਂ ਯਿਸੂ ਦੇ ਪ੍ਰਤੀ ਆਪਣੇ ਸਮਰਪਣ ਨੂੰ ਤਿਆਗਣਾ ਚਾਹੁੰਦੇ ਹੋ ਤਦ ਤਿਆਗ ਦਿਓ। 2-3 ਚੁੱਪਚਾਪ ਚਲੇ ਗਏ। ਫਿਰ ਇੱਕ ਹੋਰ, ਕੁਝ ਸਕਿੰਟਾਂ ਬਾਅਦ 2 ਹੋਰ। ਇਹ ਤੁਹਾਡੇ ਲਈ ਆਖਰੀ ਮੌਕਾ ਹੈ। ਜਾਂ ਤਾਂ ਮਸੀਹ ਵਿੱਚ ਆਪਣੀ ਨੇਚਾ ਦੇ ਵਿਰੁੱਧ ਹੋ ਜਾਓ ਜਾਂ ਫਿਰ ਰੁਕੇ ਰਹੋ ਅਤੇ ਇਸ ਦੇ ਨਤੀਜਿਆਂ ਦੇ ਭੁਗਤੋ। ਇੱਕ ਹੋਰ ਚਲਾ ਗਿਆ। ਆਖਰ ਵਿੱਚ 2 ਹੋਰ। ਨਿਰਾਸ਼ਾ ਭਰੀ ਚੁੱਪ ਦੇ ਵਿਚਕਾਰ ਆਪਣੇ ਮੂੰਹਾਂ ਨੂੰ ਢੱਕੇ ਹੋਏ ਰਾਤ ਦੇ ਹਨੇਰੇ ਵਿੱਚ ਬਾਹਰ ਖਿਸਕ ਗਿਆ। ਹੋਰ ਕੋਈ ਨਹੀਂ ਹਿੱਲਿਆ। ਆਪਣੇ ਛੋਟੇ ਬੱਚਿਆਂ ਦੇ ਨਾਲ ਸਿਮਟੇ ਹੋਏ ਕੰਬਦੇ ਆਪਣੇ ਆਪ ਨੂੰ ਨਿਸ਼ਚਿੰਤ ਦਿਲਾਉਂਦੇ ਹੇਠਾਂ ਤੱਕ ਰਹੇ ਸਨ। ਉਹ ਪੂਰੀ ਤਰ੍ਹਾਂ ਮਾਰੇ ਜਾਣ ਦੀ ਆਸ਼ ਕਰ ਰਹੇ ਸਨ ਜਾਂ ਫਿਰ ਸਭ ਤੋਂ ਬਿਹਤਰ ਕੈਦ ਕੀਤੇ ਜਾਣ ਦੀ। ਪੂਰਨ ਚੁੱਪ ਦੇ ਕੁਝ ਪਲਾਂ ਤੋਂ ਬਾਅਦ ਦੂਸਰੇ ਸਿਪਾਹੀ ਨੇ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਜੋ ਦੀਵਾਰ ਦੇ ਨਾਲ ਲੱਗੇ ਹੋਏ ਸਨ ਉਹਨਾਂ ਵੱਲ ਪਿੱਛੇ ਤੱਕ ਕੇ ਆਖਿਆ, ਆਪਣੇ ਹੱਥ ਉੱਪਰ ਚੁੱਕ ਲਓ। ਪਰ ਹੇ ਭਰਾਵੋ ਅਤੇ ਭੈਣੋ, ਇਸ ਵਾਰ ਇਹ ਸਾਡੇ ਪ੍ਰਭੂ ਯਿਸੂ ਮਸੀਹ ਦੀ ਉਸਤਤ ਕਰਨ ਲਈ ਕਰੋ। ਅਸੀਂ ਵੀ ਮਸੀਹੀ ਹਾਂ। ਸਾਨੂੰ ਕਈ ਹਫ਼ਤਿਆਂ ਪਹਿਲੇ ਇੱਕ ਹੋਰ ਘਰੇਲੂ ਕਲੀਸਿਆ ਦੇ ਵਿਸ਼ਵਾਸੀਆਂ ਦੀ ਟੋਲੀ ਨੂੰ ਗ੍ਰਿਫਤਾਰ ਕਰਨ ਲਈ ਭੇਜਿਆ ਗਿਆ ਸੀ।
ਦੂਸਰੇ ਸਿਪਾਹੀ ਨੇ ਵਿੱਚ ਇਹੀ ਗੱਲ ਆਖਦਿਆਂ ਕਿਹਾ, ਪਰ ਇਹਦੀ ਬਜਾਏ ਸਾਡੇ ਮਨ ਫਿਰਾਏ ਗਏ ਸਨ ਅਤੇ ਅਸੀਂ ਆਪਣੇ ਅਨੁਭਵ ਤੋਂ ਇਹ ਸਿੱਖ ਲਿਆ ਹੈ ਕਿ ਜਦੋਂ ਤੱਕ ਲੋਕ ਆਪਣੀ ਨਿਲੇਚਾ ਲਈ ਮਰ ਮਿਟਣ ਦੀ ਖੁਆਇਸ਼ ਨਹੀਂ ਰੱਖਦੇ, ਉਦੋਂ ਤੱਕ ਉਹਨਾਂ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਇਸੇ ਕਰਕੇ ਅਸੀਂ ਦੂਸਰਿਆਂ ਨੂੰ ਬਾਹਰ ਜਾਣ ਦਿੱਤਾ। ਸਾਡੀ ਦੁਨੀਆ ਵਿੱਚ ਜਿੱਥੇ ਬਾਈਬਲ ਦੀ ਭਾਰਮਾਰ ਹੈ ਅਤੇ ਕਲੀਸਿਆ ਸੁਰੱਖਿਅਤ ਹਨ, ਉੱਥੇ ਨੇਚਾ ਕਦੇ-ਕਦੇ ਬਹੁਤ ਘੱਟ ਗਹਿਰੀ ਹੋ ਸਕਦੀ ਹੈ। ਕਿ ਇਹ ਇਸ ਤਰ੍ਹਾਂ ਨਹੀਂ ਹੋ ਸਕਦੀ? ਸਾਡਾ ਸਮਰਪਣ ਵੀ ਸੀਲ ਗਰਮ ਟਿਕਿਆ ਰਹਿ ਸਕਦਾ ਹੈ, ਪਰ ਯਿਸੂ ਮਸੀਹ ਦੇ ਸਿਪਾਹੀ ਉਹਨਾਂ ਦੀ ਨੇਚਾ ਬਾਰੇ ਗੰਭੀਰ ਹਨ। ਯਿਸੂ ਮਸੀਹ ਦੇ ਸਿਪਾਹੀ ਜਦੋਂ ਚਲੇ ਜਾਣ ਮੌਕਾ ਬਖਸ਼ਿਆ ਗਿਆ, ਉਸ ਕਮਰੇ ਦੇ ਅੰਦਰ ਠਹਿਰ ਸਕਦੇ ਸੀ। ਯਿਸੂ ਮਸੀਹ ਦੇ ਸਿਪਾਹੀ ਆਪਣੇ ਮੁੱਖ ਕਪਤਾਨ ਦੇ ਪ੍ਰਤੀ ਸਮਰਪਿਤ ਹਨ ਅਤੇ ਉਹ ਉਸ ਦੇ ਹਰ ਹੁਕਮ ਦੀ ਪਾਲਣਾ ਕਰਨ ਲਈ ਤਿਆਰ ਹਨ। ਉਹ ਇਸ ਯੁੱਧ ਤੋਂ ਹੈਰਾਨ ਨਹੀਂ ਹੁੰਦੇ ਕਿਉਂਕਿ ਉਹਨਾਂ ਨੇ ਇਸ ਦੇ ਨਿਯਮਾਂ ਨੂੰ ਪੜ੍ਹ ਲਿਆ ਹੈ ਅਤੇ ਇਸ ਦੀ ਨਿਯਮਾਵਲੀ ਵਿੱਚ ਆਖਿਆ ਗਿਆ ਹੈ ਕਿ ਇਹ ਯੁੱਧ ਵੱਡਾ ਹੋਵੇਗਾ। ਅੱਜ ਜੋ ਕਲੀਸਿਆ ਦੇ ਅੰਦਰ ਵਾਪਰ ਚੁੱਕਾ ਹੈ, ਜਦੋਂ ਅਸੀਂ ਉਸ ਦੇ ਜੋਸ਼ ਦੇ ਬਾਰੇ ਸੁਣਦੇ ਹਾਂ ਅਤੇ ਸਾਰੀਆਂ ਖਬਰਾਂ ਨੂੰ ਜੋ ਯਿਸੂ ਮਸੀਹ ਦੀ ਗਵਾਹੀ ਲਈ ਇੰਨੀਆਂ ਜ਼ਿਆਦੀਆਂ ਨੁਕਸਾਨਦੇਹ ਹਨ, ਤਾਂ ਸਾਡੇ ਵਿੱਚੋਂ ਕਿਸੇ ਨੂੰ ਵੀ ਇੱਕ ਭਾਵਨਾ ਜੋ ਕਦੇ ਵੀ ਵਿਸ਼ਵਾਸੀ ਹੁੰਦੇ ਹੋਇਆ ਨਹੀਂ ਰੱਖਣੀ ਚਾਹੀਦੀ। ਉਹ ਹੈ ਹੈਰਾਨ ਹੋਣ ਦੀ ਭਾਵਨਾ। ਸਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ ਕਿ ਸ਼ੈਤਾਨ ਕਦੇ-ਕਦੇ ਕਲੀਸਿਆ ਦੀ ਗਵਾਹੀ ਉੱਤੇ ਧਾਵਾ ਬੋਲਦਾ ਹੈ, ਕਿਉਂਕਿ ਉਹ ਹਮੇਸ਼ਾ ਹੀ ਉਸ ਦੇ ਪਿੱਛੇ ਪਿਆ ਰਹਿੰਦਾ ਹੈ ਅਤੇ ਉਸ ਦੀ ਉਦੇਸ਼ਾਂ ਹਮੇਸ਼ਾ ਹੀ ਯਿਸੂ ਮਸੀਹ ਦੀ ਗਵਾਹੀ ਨੂੰ ਨਾਸ਼ ਕਰਨਾ ਹੈ। ਜਿੱਥੇ ਕਿਧਰੇ ਵੀ ਉਹ ਇਸ ਤਰ੍ਹਾਂ ਕਰ ਸਕੇ ਅਤੇ ਅਸੀਂ ਮਸੀਹ ਹੁੰਦੇ ਹੋਇਆਂ ਅਤੇ ਸਾਡੇ ਵਿੱਚੋਂ ਉਹ ਜੋ ਆਪਣੇ ਆਪ ਨੂੰ ਸਿਪਾਹੀ ਆਖਦੇ ਹਨ, ਸਾਨੂੰ ਸਮੇਂ ਤੋਂ ਪਹਿਲਾਂ ਹੀ ਦੱਸਿਆ ਗਿਆ ਹੈ ਕਿ ਬਾਹਰ ਯੁੱਧ ਛਿੜਿਆ ਹੋਇਆ ਹੈ ਅਤੇ ਸਾਨੂੰ ਉਹ ਹਥਿਆਰ ਦਿੱਤੇ ਜਾ ਚੁੱਕੇ ਹਨ ਜਿਨ੍ਹਾਂ ਨਾਲ ਇਹ ਯੁੱਧ ਲੜਿਆ ਜਾਣਾ ਹੈ। ਜਿੱਥੇ ਅਸੀਂ ਅਧਿਐਨ ਕਰ ਚੁੱਕੇ ਹਾਂ, ਅਸੀਂ ਇਹ ਸਿੱਖਿਆ ਹੈ ਕਿ ਕਿੰਨੇ ਹੀ ਅਦਭੁਤ ਤਰੀਕੇ ਨਾਲ ਪਰਮੇਸ਼ਰ ਨੇ ਸਾਡੀ ਰੱਖਿਆ ਕੀਤੀ ਹੋਈ ਹੈ। ਉਸ ਨੇ ਸਾਨੂੰ ਸਚਾਈ ਦੇ ਕਮਰ ਕੱਸੇ ਨਾਲ ਬੰਨਿਆ ਹੋਇਆ ਹੈ। ਉਸ ਨੇ ਸਾਨੂੰ ਧਰਮ ਦੀ ਸੰਜੋ ਬਖਸ਼ੀ ਹੈ। ਸਾਡੇ ਵਾਸਤੇ ਉਸ ਦੀ ਧਾਰਮਿਕਤਾ, ਉਸ ਨੇ ਸਾਡੇ ਪੈਰੀ ਮੇਲ ਦੀ ਖੁਸ਼ਖਬਰੀ ਦੀ ਜੁੱਤੀ, ਤਿਆਰੀ ਦੀ ਜੁੱਤੀ ਪਹਿਨਾਈ ਹੋਈ ਹੈ ਅਤੇ ਸਾਨੂੰ ਨੇਚਾ ਦੀ ਇੱਕ ਢਾਲ ਦਿੱਤੀ ਹੈ, ਜਿਸ ਦੇ ਦੁਆਰਾ ਅਸੀਂ ਉਸ ਦੁਸ਼ਟ ਦੇ ਸਾਰੇ ਅਗਨ-ਬਾਣਾਂ ਨੂੰ ਬੁਝਾਉਣ ਦੇ ਯੋਗ ਹੋਵਾਂਗੇ। ਉਸ ਨੇ ਸਾਨੂੰ ਮੁਕਤੀ ਦਾ ਟੋਪ ਪਾਉ ਹਰ ਸਥਿਤੀ ਦੇ ਲਈ ਪਰਮੇਸ਼ਰ ਦੀ ਬੁੱਧ ਬਖਸ਼ੀ ਹੈ। ਇਹਨਾਂ ਸਾਰੇ ਸ਼ਸਤਰਾਂ ਵਸਤਰਾਂ ਵਿੱਚ ਇੱਕ ਗੱਲ ਮੇਲ ਖਾਂਦੀ ਹੈ, ਉਹ ਸੁਰੱਖਿਆ ਕਰਨ ਵਾਲਾ ਸੁਭਾਅ ਰੱਖਦੇ ਹਨ। ਉਹ ਸਾਨੂੰ ਉਹਨਾਂ ਹਮਲਿਆਂ ਨੂੰ ਰੋਕਣ ਲਈ ਦਿੱਤੇ ਗਏ ਹਨ ਜੋ ਸਾਡੇ ਉੱਤੇ ਦੁਸ਼ਟ ਦੇ ਦੁਆਰਾ ਕੀਤੇ ਜਾਂਦੇ ਹਨ। ਪਰ ਅੱਜ ਅਸੀਂ ਇਹ ਸਿੱਖਦੇ ਹਾਂ ਕਿ ਪਰਮੇਸ਼ਰ ਨੇ ਸਾਨੂੰ ਵਾਰ ਕਰਨ ਵਾਲਾ ਵੀ ਹਥਿਆਰ ਦਿੱਤਾ ਹੈ। ਅਸਲ ਵਿੱਚ ਜੇਕਰ ਆਪ ਇਹਨਾਂ ਸ਼ਸਤਰਾਂ ਵਸਤਰਾਂ ਵਿੱਚੋਂ ਪ੍ਰਾਰਥਨਾ ਨੂੰ ਸ਼ਾਮਲ ਨਹੀਂ ਕਰਦੇ, ਤਦ ਇਹੋ ਹੀ ਇੱਕ ਵਾਰ ਕਰਨ ਵਾਲਾ ਹਥਿਆਰ ਹੈ ਜੋ ਵਿਸ਼ਵਾਸੀ ਕੋਲ ਹੈ। ਉਸ ਕੋਲ ਰੱਖਿਆ ਕਰਨ ਦੇ ਬਹੁਤ ਸਾਰੇ ਸ਼ਸਤਰ ਵਸਤਰ ਹਨ, ਪਰ ਉਸ ਕੋਲ ਸਿਰਫ ਇੱਕ ਹੀ ਹਮਲਾ ਕਰਨ ਵਾਲਾ ਹਥਿਆਰ ਹੈ ਅਤੇ ਬਾਈਬਲ ਆਖਦੀ ਹੈ ਕਿ ਉਹ ਹਥਿਆਰ ਆਤਮਾ ਦੀ ਤਲਵਾਰ ਹੈ, ਜੋ ਕਿ ਪਰਮੇਸ਼ਰ ਦੀ ਬਾਣੀ ਹੈ। ਹੁਣ ਹਰੇਕ ਯੋਧੇ ਨੂੰ ਅਕਸਰ ਯੁੱਧ ਨੀਤੀ ਲਈ ਇੱਕ ਹਥਿਆਰ ਦੀ ਲੋੜ ਹੈ। ਉਹ ਹਥਿਆਰ ਜੋ ਪਰਮੇਸ਼ਰ ਨੇ ਸਾਡੇ ਵਾਸਤੇ ਚੁਣਿਆ ਹੈ, ਉਹ ਹੈ ਆਤਮਾ ਦੀ ਤਲਵਾਰ, ਜੋ ਪਰਮੇਸ਼ਰ ਦਾ ਵਚਨ ਹੈ। ਕਿਰਪਾ ਕਰਕੇ ਗੌਰ ਕਰੋ ਕਿ ਇਹ ਤਲਵਾਰ ਆਪਣੇ ਆਪ ਵਿੱਚ ਆਤਮਾ ਨਹੀਂ ਹੈ, ਬਲਕਿ ਇਹ ਤਾਂ ਉਹ ਵਚਨ ਹੈ ਜੋ ਆਤਮਾ ਦੇ ਦੁਆਰਾ ਬੋਲਿਆ ਜਾਂਦਾ ਹੈ। ਭਾਈ, ਬਾਈਬਲ ਇਹ ਉਹ ਹੈ ਜੋ ਕਿ ਅਸੀਂ ਬਾਈਬਲ ਵਿੱਚੋਂ ਲੈਂਦੇ ਹਾਂ, ਜੋ ਆਤਮਾ ਦੀ ਤਲਵਾਰ ਹੈ। ਨੰਬਰ 1, ਆਤਮਾ ਦੀ ਤਲਵਾਰ ਦੀ ਵਿਆਖਿਆ। ਇੱਕੋ ਇੱਕ ਤਰੀਕਾ ਹੈ ਜੋ ਮੇਰੇ ਕੋਲ ਆਪ ਨੂੰ ਇਹ ਦੱਸਣ ਵਾਸਤੇ ਹੈ, ਤਾਂ ਕਿ ਆਪ ਇੱਥੇ ਇਹ ਸੋਚਣਾ ਨਾ ਛੱਡ ਦਵੋ ਕਿ ਇਹ ਪੁਸਤਕ ਆਪਣੇ ਆਪ ਵਿੱਚ ਤਲਵਾਰ ਹੈ, ਜੋ ਕਿ ਸੱਚ ਨਹੀਂ ਹੈ। ਇਸ ਲਈ ਦੋ ਯੂਨਾਨੀ ਭਾਸ਼ਾ ਦੇ ਸ਼ਬਦਾਂ ਪਿਛਲੇ ਫਰਕ ਨੂੰ ਬਿਆਨ ਕਰਨਾ ਹੈ, ਜਿਨ੍ਹਾਂ ਨੂੰ ਬਾਈਬਲ ਬਾਣੀ ਵਿੱਚ ਵਚਨ ਦੇ ਨਾਂ ਨਾਲ ਅਨੁਵਾਦ ਕੀਤਾ ਗਿਆ ਹੈ। ਪਹਿਲਾ ਸਭ ਤੋਂ ਵੱਧ ਆਪ ਸ਼ਬਦ ਹੈ ਲੋਗਸ। ਇਹ ਉਹ ਸ਼ਬਦ ਹੈ ਜਿਸ ਨੂੰ ਅਸੀਂ ਯਹੂਨਾ ਦੀ ਅੰਜੀਲ 1 ਅਧਿਆਇ 1 ਵਚਨ ਵਿੱਚ ਪਾਉਂਦੇ ਹਾਂ। ਆਦਿ ਵਿੱਚ ਸ਼ਬਦ ਸੀ ਅਤੇ ਸ਼ਬਦ ਪਰਮੇਸ਼ਰ ਦੇ ਸੰਗ ਸੀ ਅਤੇ ਸ਼ਬਦ ਹੀ ਪਰਮੇਸ਼ਰ ਸੀ। ਇੱਥੇ ਸ਼ਬਦ ਲਈ ਦਿੱਤਾ ਹਵਾਲਾ ਯਿਸੂ ਮਸੀਹ ਵੱਲ ਦਿੱਤਾ ਹਵਾਲਾ ਹੈ। ਉਹ ਮਨੁੱਖ ਲਈ ਪਰਮੇਸ਼ਰ ਦਾ ਆਖਰੀ ਸ਼ਬਦ ਸੀ, ਪਰ ਇਹ ਲੋਗਸ ਸ਼ਬਦ ਪਰਮੇਸ਼ਰ ਦੇ ਪ੍ਰਕਾਸ਼ ਦਾ ਵਰਣਨ ਕਰਨ ਲਈ ਵੀ ਕੀਤਾ ਗਿਆ ਹੈ, ਜੋ ਸਾਡੇ ਕੋਲ ਇਸ ਪੁਸਤਕ ਵਿੱਚ ਹੈ। ਇਹ ਪੁਸਤਕ ਆਪਣੀ ਸਮੂਹਿਕਤਾ ਵਿੱਚ ਪਰਮੇਸ਼ਰ ਦਾ ਲੋਗੋ ਹੈ। ਇਹ ਸਾਡੇ ਲਈ ਪਰਮੇਸ਼ਰ ਦਾ ਵਚਨ ਹੈ। ਪਰ ਜੋ ਸ਼ਬਦ ਅਸੀਂ ਇਫਸੀਆਂ 6 ਅਧਿਆਇ 17 ਵਿੱਚ ਪਾਉਂਦੇ ਹਾਂ, ਉਹ ਇਹ ਸ਼ਬਦ ਨਹੀਂ ਹੈ। ਇੱਥੇ ਇਸ ਤਰ੍ਹਾਂ ਨਹੀਂ ਪੜਿਆ ਜਾਂਦਾ ਅਤੇ ਮੁਕਤੀ ਦਾ ਟੋਪ ਅਤੇ ਆਤਮਾ ਦੀ ਤਲਵਾਰ ਜੋ ਪਰਮੇਸ਼ਰ ਦਾ ਲੋਗੋ ਹੈ ਲੈ ਲਓ। ਇਫਸੀਆਂ 6 ਅਧਿਆਇ 17 ਵਿੱਚ ਯੂਨਾਨੀ ਭਾਸ਼ਾ ਦਾ ਸ਼ਬਦ ਰੇਮਾ ਹੈ,
ਪਰਮੇਸ਼ਰ ਦਾ ਰੇਮਾ ਜੇਕਰ ਅਸੀਂ ਇਹ ਸਮਝਣਾ ਹੋਵੇ ਕਿ ਅਸੀਂ ਆਪਣੇ ਆਪ ਨੂੰ ਆਤਮਾ ਦੀ ਤਲਵਾਰ ਨਾਲ ਕਿਵੇਂ ਲੈਸ ਕਰਨਾ ਹੈ, ਜੋ ਕਿ ਰੇਮਾ ਜਾਂ ਪਰਮੇਸ਼ਰ ਦਾ ਵਚਨ ਹੈ, ਤਦ ਪਰਮੇਸ਼ਰ ਦਾ ਲੋਗੋ ਅਤੇ ਪਰਮੇਸ਼ਰ ਦਾ ਰੇਮਾ ਵਿਚਲਾ ਫਰਕ ਸਭ ਤੋਂ ਵੱਧ ਮਹੱਤਵਪੂਰਨ ਹੈ। ਪਰਮੇਸ਼ਰ ਦਾ ਰੇਮਾ ਦਾ ਸ਼ਬਦਾਇਕ ਅਰਥ ਪਰਮੇਸ਼ਰ ਦਾ ਆਖਣਾ ਹੁੰਦਾ ਹੈ। ਅਸੀਂ ਇਸ ਦਾ ਅਨੁਵਾਦ ਇਸ ਤਰ੍ਹਾਂ ਕਰ ਸਕਦੇ ਹਾਂ ਅਤੇ ਆਤਮਾ ਦੀ ਤਲਵਾਰ ਜੋ ਕਿ ਪਰਮੇਸ਼ਰ ਦੀਆਂ ਆਖੀਆਂ ਹੋਈਆਂ ਗੱਲਾਂ ਹਨ। ਅਸਲੀ ਭਾਵ ਅਰਥ ਵਿੱਚ ਬਾਈਬਲ ਹਥਿਆਰਾਂ ਦਾ ਜ਼ਖੀਰਾ ਹੈ ਅਤੇ ਤਲਵਾਰਾਂ ਇਸ ਹਥਿਆਰ ਦੇ ਜ਼ਖੀਰੇ ਦੇ ਅੰਦਰ ਹਨ। ਦੂਸਰੇ ਸ਼ਬਦਾਂ ਵਿੱਚ ਇਹ ਪਰਮੇਸ਼ਰ ਦਾ ਹਥਿਆਰ ਦਾ ਜ਼ਖੀਰਾ ਹੈ ਅਤੇ ਇਹ ਹਥਿਆਰ ਦੇ ਜ਼ਖੀਰੇ ਦੇ ਅੰਦਰ ਤਲਵਾਰਾਂ ਹਨ। ਅਤੇ ਸਾਡੀ ਪ੍ਰਭਾਵਸ਼ਾਲੀ ਹੋਣ ਵਾਸਤੇ ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਪਰਮੇਸ਼ਰ ਦਾ ਵਚਨ ਕੀ ਹੈ। ਪਰਮੇਸ਼ਰ ਦੀ ਕਹੀ ਹੋਈ ਗੱਲ ਨੂੰ ਕਿਸੇ ਖਾਸ ਸਥਿਤੀ ਉੱਤੇ ਲਾਗੂ ਕਰਨਾ। ਆਪ ਰੇਮਾ ਕਿੱਥੇ ਪਾਉਂਦੇ ਹੋ? ਲੋਗੋਸ ਦੇ ਅੰਦਰ, ਪਰ ਲੋਗੋ ਜੋ ਹੈ ਉਹ ਰੇਮਾ ਨਹੀਂ ਹੈ। ਅਸਲ ਵਿੱਚ ਬਾਈਬਲ ਉਹ ਤਲਵਾਰ ਨਹੀਂ ਹੈ, ਇਹ ਬਾਈਬਲ ਦਾ ਹਥਿਆਰ ਦਾ ਜ਼ਖੀਰਾ ਹੈ ਅਤੇ ਇਹ ਤਲਵਾਰ ਨਾਲ ਭਰਿਆ ਪਿਆ ਹੈ। ਇਸ ਤਰ੍ਹਾਂ ਬਾਈਬਲ ਕਈ ਤਰ੍ਹਾਂ ਨਾਲ ਦੋਹਰੀ ਬਰਕਤ ਬਣ ਜਾਂਦੀ ਹੈ ਕਿਉਂਕਿ ਇਹ ਉਹ ਲਿਖਤ ਹੈ ਜਿਸ ਨੂੰ ਪਰਮੇਸ਼ਰ ਨੇ ਉਚਾਰਿਆ ਹੈ। ਇਹ ਉਹੀ ਹੈ ਲੋਗੋ। ਇਸ ਤੋਂ ਵੀ ਵੱਧ ਕੇ ਜਿਉਂ-ਜਿਉਂ ਪਵਿੱਤਰ ਆਤਮਾ ਸਾਡੇ ਅੰਦਰ ਕਿਰਿਆਸ਼ੀਲ ਹੁੰਦਾ ਹੈ, ਅਸੀਂ ਵਚਨ ਦਾ ਅਧਿਐਨ ਕਰਦੇ ਹਾਂ ਅਤੇ ਉਹ ਕੁਝ ਵਾਅਦਿਆਂ ਨੂੰ ਆਪਣੇ ਆਪ ਨਾਲ ਜੋੜਦੇ ਹਾਂ ਅਤੇ ਉਹ ਦਾਅਵਾ ਕਰਦੇ ਹਾਂ ਅਤੇ ਇਹ ਲੋਗੋਸ ਫਿਰ ਰੇਮਾ ਬਣ ਜਾਂਦਾ ਹੈ। ਸੋ ਨਹੀਂ ਚਾਹੁੰਦੇ ਕਿ ਆਪ ਗਲਤਫਹਿਮੀ ਪਾਓ। ਕੋਈ ਇਹ ਸੋਚ ਸਕਦਾ ਹੈ ਕਿ ਮੈਂ ਗਲਤ ਗਿਆਨ ਦਾ ਪ੍ਰਚਾਰ ਕਰ ਰਿਹਾ ਹਾਂ। ਕਿਰਪਾ ਕਰਕੇ ਮੇਰੀ ਗੱਲ ਧਿਆਨਪੂਰਵਕ ਸੁਣੋ। ਮੈਂ ਇਹ ਨਹੀਂ ਆਖ ਰਿਹਾ ਕਿ ਬਾਈਬਲ ਪਰਮੇਸ਼ਰ ਦਾ ਵਚਨ ਨਹੀਂ ਹੈ। ਜਦੋਂ ਤੱਕ ਇਹ ਪਰਮੇਸ਼ਰ ਦਾ ਵਚਨ ਨਹੀਂ ਬਣ ਜਾਂਦਾ, ਕੁਝ ਬਾਈਬਲਾਂ ਦੇ ਗਿਆਨੀ ਅੱਜ ਇਹ ਸਿੱਖਿਆ ਦਿੰਦੇ ਹਨ ਕਿ ਇਹ ਤਾਂ ਬਸ ਸਿਹਤ ਦੀ ਹੀ ਇੱਕ ਪੁਸਤਕ ਹੈ। ਪਰ ਜਦੋਂ ਆਪ ਪਵਿੱਤਰ ਆਤਮਾ ਨਾਲ ਇੱਕ ਉਲਝਣ ਦਾ ਅਨੁਭਵ ਪਾਉਂਦੇ ਹੋ, ਜਿਉਂ-ਜਿਉਂ ਆਪ ਇਸ ਸਿਹਤ ਦੀ ਪੁਸਤਕ ਨੂੰ ਪੜ੍ਹ ਰਹੇ ਹੋ, ਤਦ ਉਹੀ ਆਪ ਦੇ ਉਲਝਣ ਦੇ ਅਨੁਭਵ ਦਾ ਪਲ ਹੁੰਦਾ ਹੈ। ਇਹ ਪ੍ਰਯੋਗ ਢੰਗ ਨਾਲ ਪਰਮੇਸ਼ਰ ਦਾ ਵਚਨ ਬਣ ਜਾਂਦਾ ਹੈ। ਮੈਂ ਇਹ ਸਿੱਖਿਆ ਨਹੀਂ ਦੇ ਰਿਹਾ। ਇਹ ਪੁਸਤਕ ਪਰਮੇਸ਼ਰ ਦਾ ਵਚਨ ਹੈ। ਭਾਵ ਅਸੀਂ ਇਸ ਨੂੰ ਪੜ੍ਹੀਏ ਜਾਂ ਨਾ, ਇਹ ਪਰਮੇਸ਼ਰ ਦਾ ਵਚਨ ਹੀ ਹੈ। ਭਾਵੇਂ ਇਹ ਅਤੇ ਸਾਡੇ ਲਈ ਕੋਈ ਵੀ ਮਾਇਨਾ ਨਹੀਂ ਰੱਖਦਾ ਹੈ ਜਾਂ ਨਹੀਂ। ਪਰਮੇਸ਼ਰ ਦਾ ਵਚਨ ਹੈ। ਭਾਵੇਂ ਇਸ ਨੂੰ ਪੜ੍ਹਨ ਵਕਤ ਅਸੀਂ ਕੁਝ ਮਹਿਸੂਸ ਕਰਦੇ ਹਾਂ, ਭਾਵੇਂ ਅਸੀਂ ਇਸ ਨੂੰ ਸਮਝਦੇ ਵੀ ਹਾਂ ਕਿ ਅਸੀਂ ਕੀ ਪੜ੍ਹ ਰਹੇ ਹਾਂ। ਇਹ ਪੁਸਤਕ ਪਰਮੇਸ਼ਰ ਦਾ ਵਚਨ ਹੈ। ਅਜਿਹਾ ਕੁਝ ਵੀ ਨਹੀਂ ਹੈ ਜੋ ਅਸੀਂ ਇਸ ਨੂੰ ਬਦਲ ਦੇ ਸਕੀਏ। ਪਰ ਪਰਮੇਸ਼ਰ ਦੇ ਵਚਨ ਵਿੱਚੋਂ ਅਸੀਂ ਪਰਮੇਸ਼ਰ ਦੇ ਕਥਨਾਂ ਨੂੰ ਪਾਉਂਦੇ ਹਾਂ ਜੋ ਉਹ ਤਲਵਾਰਾਂ ਹਨ। ਇਸ ਦਾ ਇਸਤੇਮਾਲ ਪਰਮੇਸ਼ਰ ਦੇ ਯੁੱਧ ਵਿੱਚ ਕਰਦੇ ਹਾਂ। ਮੈਨੂੰ ਆਪ ਨੂੰ ਰੋਮੀਓ 10:17 ਵਚਨ ਵਿੱਚ ਦਾ ਭਾਗ ਵਿਖਾਉਣਾ ਹੈ, ਜਿੱਥੇ ਰੇਮਾ ਸ਼ਬਦ ਦਾ ਇਸਤੇਮਾਲ ਦੁਬਾਰਾ ਫਿਰ ਕੀਤਾ ਗਿਆ ਹੈ। ਗੌਰ ਕਰੋ ਜੋ ਇਹ ਇੱਥੇ ਆਖਿਆ ਗਿਆ ਹੈ, ਸੋ ਪ੍ਰਤੀਤ ਸੁਣਨ ਨਾਲ ਅਤੇ ਸੁਣਨਾ ਮਸੀਹ ਦੇ ਵਚਨ ਤੋਂ ਆਉਂਦਾ ਹੈ। ਹੁਣ ਧਿਆਨ ਨਾਲ ਵੇਖੋ, ਪ੍ਰਤੀਤ ਸੁਣ ਤੋਂ ਆਉਂਦੀ ਹੈ ਅਤੇ ਸੁਣਨਾ ਪਰਮੇਸ਼ਰ ਦੇ ਵਚਨ ਦੇ ਦੁਆਰਾ ਹੀ ਆਉਂਦਾ ਹੈ। ਮੈਂ ਹਮੇਸ਼ਾ ਹੀ ਇਹ ਸੋਚਿਆ ਹੈ ਕਿ ਇਸ ਬਾਈਬਲ ਦੇ ਭਾਗ ਨੂੰ ਆਪ ਨੂੰ ਸਿਖਾਇਆ ਹੈ ਕਿ ਆਪ ਬਾਈਬਲ ਪੜ੍ਹੋ ਅਤੇ ਜੇਕਰ ਆਪ ਬਾਈਬਲ ਨੂੰ ਪੜ੍ਹਦੇ ਜਾਓ ਤਦ ਆਪ ਨੇਚਾ ਪਾ ਲਓਗੇ। ਆਪ ਵਿੱਚੋਂ ਕਿੰਨਿਆਂ ਨੇ ਸਾਲਾਂ ਬੱਧੀ ਬਾਈਬਲ ਪੜ੍ਹੀ ਹੈ ਅਤੇ ਕਦੇ ਨੇਚਾ ਨਹੀਂ ਪਾਈ? ਇਹ ਬਾਈਬਲ ਦਾ ਭਾਗ ਜੋ ਸਿਖਾਉਂਦਾ ਹੈ ਉਹ ਇਹ ਹੈ, ਆਪ ਬਾਈਬਲ ਪੜ੍ਹਦੇ ਹੋ, ਪਰ ਜਿਉਂ-ਜਿਉਂ ਆਪ ਬਾਈਬਲ ਨੂੰ ਪੜ੍ਹਦੇ ਹੋ ਤਦ ਪਰਮੇਸ਼ਰ ਬਾਈਬਲ ਵਿੱਚੋਂ ਕੁਝ ਕਰਦਾ ਹੈ। ਪਰਮੇਸ਼ਰ ਦਾ ਕੋਈ ਕਥਨ ਅਤੇ ਉਹ ਸੱਚਮੁੱਚ ਬਾਈਬਲ ਵਿੱਚੋਂ ਤੁਹਾਡੇ ਦਿਲ ਤੱਕ ਪਹੁੰਚਦਾ ਹੈ ਅਤੇ ਆਪ ਦੀ ਜ਼ਰੂਰਤ ਵਾਸਤੇ ਹੁੰਦਾ ਹੈ। ਜਦੋਂ ਇਹ ਅਨੁਭਵ ਪਾਇਆ ਜਾਂਦਾ ਹੈ ਤਦ ਨੇਚਾ ਆਪਣੇ ਜੀਵਨ ਵਿੱਚ ਵਿਕਸਤ ਹੁੰਦੀ ਹੈ। ਇਸ ਦੀ ਵਿਆਖਿਆ ਦਾ ਹੋਰ ਕੋਈ ਵੀ ਦੂਸਰਾ ਤਰੀਕਾ ਨਹੀਂ ਹੈ। ਸ਼ਾਇਦ ਆਪ ਦੇ ਮਸੀਹੀ ਜੀਵਨ ਵਿੱਚ ਅਮਲੋਕ ਬਾਈਬਲ ਬਾਣੀ ਦੇ ਕਿਸੇ ਵਾਅਦੇ ਨੂੰ ਜਾਣਨ ਦਾ ਅਨੁਭਵ ਹੋਵੇ ਜੋ ਆਪ ਨੂੰ ਮੂੰਹ ਜ਼ਬਾਨੀ ਯਾਦ ਹੋਵੇ ਅਤੇ ਫਿਰ ਇਹ ਜ਼ਰੂਰਤ ਦੀ ਹਾਲਾਤ ਵਿੱਚ ਇਹ ਆਪ ਲਈ ਜੀਵਤ ਹੋਇਆ ਹੋਵੇ। ਇਹ ਹੋ ਸਕਦਾ ਹੈ ਆਪ ਦਾ ਬਣ ਗਿਆ ਹੋਵੇ ਜਿਸ ਤਰ੍ਹਾਂ ਪਹਿਲਾਂ ਕਦੇ ਨਾ ਹੋਇਆ ਹੋਵੇ। ਇਹ ਤੁਹਾਡੇ ਲਈ ਤਲਵਾਰ ਬਣਿਆ ਸੀ। ਦੂਸਰੇ ਸ਼ਬਦਾਂ ਵਿੱਚ ਇਹ ਸੂਚਨਾ ਇੱਕ ਪ੍ਰਕਾਸ਼ ਬਣ ਗਿਆ ਸੀ। ਹੁਣ ਮੈਨੂੰ ਪੂਰੀ ਨਿਸ਼ਚਿੰਤਾ ਹੈ ਕਿ ਆਪ ਜਾਣ ਲਓਗੇ ਕਿ ਇਹ ਇੰਨਾ ਮਹੱਤਵਪੂਰਨ ਹੈ ਕਿ ਅਸੀਂ ਇਸ ਨੂੰ ਸਮਝੀਏ, ਕਿਉਂਕਿ ਕਈ ਵਿਸ਼ਵਾਸੀ ਸੋਚਦੇ ਹਨ ਕਿ ਉਸ ਆਤਮਿਕ ਯੁੱਧ ਵਿੱਚ ਉਹਨਾਂ ਦੀ ਕਾਮਯਾਬੀ ਜੋ ਸਾਡੇ ਆਲੇ ਦੁਆਲੇ ਹੈ ਉਹ ਤਾਂ ਬਸ ਕਿਸੇ ਜਾਦੂ ਜੇ ਕਰਕੇ ਹੀ ਹੈ ਜੋ ਇਹ ਕਿਤਾਬ ਨੂੰ ਆਪਣੀ ਕੱਢ ਵਿੱਚ ਲੈ ਕੇ ਚੱਲਣ ਨਾਲ ਹੀ ਹੁੰਦਾ ਹੈ। ਮੇਰੇ ਕੋਲ ਤਲਵਾਰ ਹੈ, ਇਸ ਲਈ ਮੈਂ ਹੁਣ ਫਿਰ ਕੀ ਕਰ ਸਕਦਾ ਹਾਂ? ਆਪਣੀ ਤਲਵਾਰ ਬਾਹਰ ਕੱਢੋ। ਉਹ ਆਖਦੇ ਹਨ ਨਹੀਂ, ਆਪ ਯੁੱਧ ਕਰਨ ਦੇ ਯੋਗ ਉਦੋਂ ਤੱਕ ਨਹੀਂ ਹੁੰਦੇ ਜਦੋਂ ਤੱਕ ਕਿ ਆਪ ਇਹ ਨਹੀਂ ਜਾਣਦੇ ਕਿ ਹਥਿਆਰ ਦੇ ਜ਼ਖੀਰੇ ਭਾਵ ਪਰਮੇਸ਼ਰ ਦੀ ਬਾਣੀ ਵਿੱਚ ਤਲਵਾਰਾਂ ਕਿੱਥੇ ਹਨ। ਨੰਬਰ 2, ਆਤਮਾ ਦੀ ਤਲਵਾਰ ਦਾ ਪ੍ਰਭਾਵ।
ਹੁਣ ਇਹ ਆਤਮਾ ਦੀ ਤਲਵਾਰ ਦੀ ਵਿਆਖਿਆ ਹੈ, ਜੋ ਕਿ ਪਰਮੇਸ਼ਰ ਦਾ ਵਚਨ ਹੈ। ਆਓ ਆਤਮਾ ਦੀ ਤਲਵਾਰ ਦੇ ਪ੍ਰਭਾਵ ਬਾਰੇ ਗੌਰ ਕਰੀਏ। ਇਬਰਾਨੀਆਂ ਦੀ ਪੱਤਰੀ 4 ਅਧਿਆਏ 12 ਦੇ ਵਚਨ ਕੱਢੋ, ਗੌਰ ਕਰੋ। ਇਹ ਆਖਦੇ ਹਨ, ਕਿਉਂ ਜੋ ਪਰਮੇਸ਼ਰ ਦਾ ਵਚਨ ਜਿਉਂਦਾ ਅਤੇ ਗੁਣਕਾਰ ਅਤੇ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਹੈ, ਅਤੇ ਜੀਵ ਅਤੇ ਆਤਮਾ ਨੂੰ ਔਰ ਬੰਦ-ਬੰਦ ਅਤੇ ਗੁੱਦੇ-ਗੁੱਦੇ ਨੂੰ ਅੱਡੋ ਅੱਡ ਕਰਕੇ ਬਿਨ ਸਿੱਟਦਾ ਹੈ, ਅਤੇ ਮਨ ਦੀਆਂ ਵਿਚਾਰਾਂ ਅਤੇ ਧਾਰਨਾ ਨੂੰ ਜਾਂਚ ਲੈਂਦਾ ਹੈ। ਇਹ ਬਾਈਬਲ ਦਾ ਇੱਕ ਹੋਰ ਭਾਗ ਹੈ ਜੋ ਪਰਮੇਸ਼ਰ ਦੀ ਬਾਣੀ ਦੇ ਨਾਲ ਮਿਲਟਰੀ ਵਾਲੀ ਭਾਵਨਾ ਰੱਖਦਾ ਹੈ, ਜੋ ਇਹ ਆਖਦਾ ਹੈ, ਉਸ ਵੱਲ ਤੱਕੋ। ਇਹ ਆਖਦਾ ਹੈ ਕਿ ਪਰਮੇਸ਼ਰ ਦਾ ਵਚਨ ਜਿਉਂਦਾ ਹੈ, ਭਾਵ ਜੀ ਰਹਾ ਹੈ। ਪਰਮੇਸ਼ਰ ਦਾ ਵਚਨ ਗੁਣਕਾਰ ਹੈ, ਭਾਵ ਸ਼ਕਤੀਸ਼ਾਲੀ ਹੈ, ਅਤੇ ਇਹ ਦਿਲ ਨੂੰ ਚੂਰ ਸਿੱਟਦਾ ਹੈ ਅਤੇ ਮਨੁੱਖਾਂ ਨੂੰ ਸਿਖਾਉਣ ਦਾ ਕਾਰਨ ਬਣਦਾ ਹੈ। ਪਰਮੇਸ਼ਰ ਦਾ ਵਚਨ ਚੀਰ ਫਾੜ ਕਰਨ ਨੂੰ ਤਿੱਖਾ ਹੈ, ਵੰਡਣ ਅਤੇ ਸਮਝਣ ਲਈ, ਕਿਉਂਕਿ ਪਰਮੇਸ਼ਰ ਦਾ ਵਚਨ ਸਭ ਤੋਂ ਵੱਧ ਭਿਆਨਕ ਹਥਿਆਰ ਹੈ, ਜਿਸ ਦਾ ਇਸਤੇਮਾਲ ਅਸੀਂ ਵੈਰੀ ਦੇ ਵਿਰੁੱਧ ਕਰ ਸਕਦੇ ਹਾਂ। ਇੱਕ ਭੌਤਿਕ ਤਲਵਾਰ ਸਰੀਰ ਨੂੰ ਬਿਨ ਸਿੱਟਦੀ ਹੈ, ਪਰ ਪਰਮੇਸ਼ਰ ਦਾ ਵਚਨ ਦਿਲ ਨੂੰ ਬਿਨ ਸਿੱਟਦਾ ਹੈ। ਇੱਕ ਭੌਤਿਕ ਤਲਵਾਰ ਇਸ ਦਾ ਇਸਤੇਮਾਲ ਕਰਦਿਆਂ ਖੁੰਡੀ ਹੋ ਜਾਂਦੀ ਹੈ, ਪਰ ਪਰਮੇਸ਼ਰ ਦਾ ਵਚਨ, ਜੋ ਕਿ ਆਤਮਾ ਦੀ ਤਲਵਾਰ ਹੈ, ਇਹ ਇਸਤੇਮਾਲ ਕਰਦਿਆਂ ਤੇਜ਼ ਹੁੰਦੀ ਹੈ। ਇੱਕ ਭੌਤਿਕ ਤਲਵਾਰ ਨੂੰ ਸਿਪਾਹੀ ਦੇ ਹੱਥ ਦੀ ਲੋੜ ਹੁੰਦੀ ਹੈ, ਪਰ ਗੌਰ ਕਰੋ ਕਿ ਪਰਮੇਸ਼ਰ ਦੇ ਵਚਨ ਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੁੰਦੀ। ਇਹ ਆਪਣੀ ਖੁਦ ਦੀ ਸ਼ਕਤੀ ਰੱਖਦੀ ਹੈ। ਇਹ ਸਿਪਾਹੀ ਦੇ ਹੱਥ ਤੋਂ ਬਗੈਰ ਕੰਮ ਕਰਨ ਦੇ ਵਿੱਚ ਸ਼ਕਤੀ ਰੱਖਦੀ ਹੈ। ਇਹ ਭੌਤਿਕ ਤਲਵਾਰ ਬਿੰਨਣ ਨੂੰ ਜ਼ਖਮੀ ਕਰਦੀ ਹੈ, ਪਰ ਅਕਸਰ ਆਤਮਿਕ ਤਲਵਾਰ ਚੰਗੇ ਕਰਨ ਨੂੰ ਜ਼ਖਮੀ ਕਰਦੀ ਹੈ। ਇਸ ਵਿੱਚ ਫਰਕ ਹੈ। ਮੈਂ ਆਪ ਨੂੰ ਵਿਖਾ ਦੇਵਾਂ ਕਿ ਇਹ ਕਿਵੇਂ ਪ੍ਰਭਾਵਸ਼ਾਲੀ ਹੁੰਦੀ ਹੈ। ਆਪਣੀ ਬਾਈਬਲ ਵਿੱਚੋਂ ਰਸੂਲਾਂ ਦੇ ਕਰਤੱਵ 2 ਅਧਿਆਇ 37 ਦੇ ਵਚਨ ਕੱਢੋ। ਇਹ ਉਹ ਆਦੇਸ਼ ਹੈ ਜਿਸ ਦਾ ਪ੍ਰਚਾਰ ਪਤਰਸ ਨੇ ਪੈਂਤੀਕੋਸਤ ਦੇ ਦਿਨ ਕੀਤਾ ਸੀ। ਇਹ ਕਦੇ ਵੀ ਪ੍ਰਚਾਰ ਕੀਤੇ ਸੰਦੇਸ਼ ਵਿੱਚੋਂ ਸਭ ਤੋਂ ਵੱਧ ਸ਼ਕਤੀਸ਼ਾਲੀ ਹੈ। ਗੌਰ ਕਰੋ ਕਿ ਇਸ ਤਲਵਾਰ ਨੂੰ ਕਿਵੇਂ ਉਸ ਦਿਨ ਕਾਰਜ ਕੀਤਾ ਸੀ। ਸੰਦੇਸ਼ ਦੇ ਅੰਤ ਵਿੱਚ ਜਦੋਂ ਲੋਕ ਪਤਰਸ ਨੂੰ ਪ੍ਰਚਾਰ ਕਰਦੇ ਸੁਣ ਰਹੇ ਸਨ, ਜਾਂ ਉਹਨੇ ਇਹ ਸੁਣਿਆ, ਤਾਂ ਉਹਨਾਂ ਦੇ ਦਿਲ ਛਿੱਦ ਗਏ ਅਤੇ ਪਤਰਸ ਔਰ ਬਾਕੀ ਦੇ ਰਸੂਲਾਂ ਨੂੰ ਕਿਹਾ ਕਿ ਹੇ ਭਾਈਓ, ਅਸੀਂ ਕੀ ਕਰੀਏ। ਉਹ ਤਲਵਾਰ ਉਸ ਦਿਨ ਪਤਰਸ ਦੇ ਦੁਆਰਾ ਚਲਾਈ ਗਈ ਸੀ, ਅਤੇ ਉਸ ਨੇ ਪਰਮੇਸ਼ਰ ਦੇ ਵਚਨ ਵਿੱਚੋਂ ਪਾਪ ਅਤੇ ਨਿਆਂ ਅਤੇ ਯਿਸੂ ਮਸੀਹ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਬਾਰੇ ਪ੍ਰਚਾਰ ਕੀਤਾ। ਉਸ ਤਲਵਾਰ ਨੇ ਉਹਨਾਂ ਲੋਕਾਂ ਦੇ ਦਿਲਾਂ ਨੂੰ ਛਿੱਦ ਸਿੱਟਿਆ ਸੀ, ਜਿਨ੍ਹਾਂ ਨੇ ਇਸ ਤਰ੍ਹਾਂ ਸੁਣਿਆ ਕਿ ਬਾਈਬਲ ਬਾਣੀ ਆਖਦੀ ਹੈ। ਉਹਨਾਂ ਨੇ ਪਤਰਸ ਨੂੰ ਨਿਉਤਾ ਦਿੱਤਾ, ਬਜਾਏ ਇਸ ਦੇ ਕਿ ਪਤਰਸ ਉਹਨਾਂ ਨੂੰ ਨਿਉਤਾ ਦਿੰਦਾ। ਉਹਨਾਂ ਆਖਿਆ, ਅਸੀਂ ਕੀ ਕਰਨ ਜਾ ਰਹੇ ਹਾਂ। ਇੱਕ ਹੋਰ ਮਿਸਾਲ ਰਸੂਲਾਂ ਦੇ ਕਰਤੱਵ 5 ਅਧਿਆਇ 33 ਵਚਨ ਉੱਤੇ ਗੌਰ ਕਰੋ। ਇੱਥੇ ਫਿਰ ਰਸੂਲ ਅਤੇ ਪਤਰਸ ਗੱਲ ਕਰਦੇ ਆ ਰਹੇ ਹਨ, ਅਤੇ ਅਸੀਂ ਪੜ੍ਹਦੇ ਹਾਂ ਕਿ ਇਹ ਸੁਣ ਕੇ ਉਹ ਜਲ ਗਏ ਅਤੇ ਉਹਨਾਂ ਨੂੰ ਮਾਰ ਸੁੱਟਣ ਦੀ ਦਲੀਲ ਕੀਤੀ। ਪਰਮੇਸ਼ਰ ਦਾ ਵਚਨ, ਜੋ ਕਿ ਆਤਮਾ ਦੀ ਤਲਵਾਰ ਹੈ, ਜਦੋਂ ਇਸ ਨੂੰ ਪਵਿੱਤਰ ਆਤਮਾ ਦੀ ਸ਼ਕਤੀ ਵਿੱਚ ਚਲਾਇਆ ਜਾਂਦਾ ਹੈ, ਤਦ ਇਸ ਵਿੱਚ ਠੀਕ ਇੱਕ ਵਿਅਕਤੀ ਦੇ ਦਿਲ ਨੂੰ ਬਿੰਨਣ ਦੀ ਸ਼ਕਤੀ ਹੁੰਦੀ ਹੈ, ਅਤੇ ਠੀਕ ਉਸ ਦੀ ਸ਼ਖਸੀਅਤ ਦੇ ਸਭ ਤੋਂ ਅੰਦਰੂਨੀ ਹਿੱਸੇ ਵਿੱਚ ਛੇਕ ਕਰਨ ਦੀ। ਤੁਹਾਡੇ ਵਿੱਚੋਂ ਕੁਝ ਕੁ ਜਾਣਦੇ ਹਨ ਕਿ ਇਹ ਸੱਚ ਹੀ ਹੈ। ਆਪ ਕਲੀਸਿਆ ਨੂੰ ਗਏ ਅਤੇ ਸਭਾ ਦੇ ਅੰਤ ਵਿੱਚ ਦਰਵਾਜ਼ਿਆਂ ਬਾਹਰ ਨਿਕਲ ਗਏ, ਅਤੇ ਮੈਂ ਜਾਣਿਆ ਹੀ ਨਹੀਂ ਕਿ ਤੁਹਾਡੀ ਸਮੱਸਿਆ ਕੀ ਸੀ। ਪਰ ਜਾਂਦੇ ਵਕਤ ਤੁਸੀਂ ਮੈਨੂੰ ਦੱਸਿਆ ਸੀ ਕਿ ਪਾਸਵਾਨ ਜੀ, ਤੁਸੀਂ ਅੱਜ ਠੀਕ ਮੇਰੀਆਂ ਅੱਖਾਂ ਦੇ ਵਿਚਕਾਰ ਮੈਨੂੰ ਸੱਟ ਮਾਰੀ ਹੈ। ਇਹ ਤਾਂ ਮੈਂ ਨਹੀਂ ਸੀ, ਇਹ ਤਾਂ ਤਲਵਾਰ ਸੀ ਜਿਸ ਨੇ ਤੁਹਾਨੂੰ ਪਕੜਿਆ ਸੀ। ਸਿਰਫ ਪਰਮੇਸ਼ਰ ਦਾ ਕਥਨ ਸਾਡੇ ਦੁਆਰਾ ਸਮਝਣ ਜਾਣ ਦੀ ਯੋਗਤਾ ਹੀ ਨਹੀਂ ਹੁੰਦਾ, ਪਰ ਇਹ ਤਾਂ ਪ੍ਰਭਾਵਸ਼ਾਲੀ ਵੀ ਹੁੰਦਾ ਹੈ। ਮਤੇ ਮੈਂ ਤੁਹਾਨੂੰ ਉਹ ਤਰੀਕਾ ਵਿਖਾਉਣਾ ਚਾਹੁੰਦਾ ਹਾਂ ਜਿਸ ਦੇ ਅਨੁਸਾਰ ਇਸ ਦਾ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ। ਮੱਤੀ 4 ਅਧਿਆਇ ਕੱਢੋ ਅਤੇ ਅਸੀਂ ਪ੍ਰਮੁੱਖ ਤਲਵਾਰਬਾਜ਼ ਦੇ ਦੁਆਰਾ ਤਲਵਾਰ ਦੇ ਇਸਤੇਮਾਲ ਦੀ ਉਹ ਕਰਾਂਗੇ। ਹਮੇਸ਼ਾ ਦੀ ਤਰ੍ਹਾਂ ਉਹ ਜੋ ਹਥਿਆਰ ਦੀ ਵਰਤੋਂ ਹੋਰਨਾਂ ਨਾਲੋਂ ਬਿਹਤਰ ਢੰਗ ਨਾਲ ਕਰਦਾ ਹੈ, ਉਹ ਉਹੀ ਹੁੰਦਾ ਹੈ ਜੋ ਉਹਨਾਂ ਨੂੰ ਤਿਆਰ ਕਰਦਾ ਹੈ। ਵਿਸ਼ਵਾਸੀ ਦੇ ਲਈ ਹਥਿਆਰਾਂ ਦਾ ਨਮੂਨਾ ਖੁਦ ਯਿਸੂ ਮਸੀਹ ਦਾ ਤਿਆਰ ਕੀਤਾ ਨਮੂਨਾ ਹੀ ਹੈ। ਗੌਰ ਕਰੋ ਕਿ ਉਸ ਨੇ ਕਿਵੇਂ ਆਤਮਾ ਦੀ ਤਲਵਾਰ ਪੌਰ ਰੇਮਾ ਦਾ ਇਸਤੇਮਾਲ ਕੀਤਾ ਸੀ। ਮੈਂ ਸੋਚਦਾ ਹਾਂ ਕਿ ਜਦੋਂ ਅਸੀਂ ਇਹ ਵੇਖਦੇ ਹਾਂ ਕਿ ਉਸ ਨੇ ਇਸ ਨਾਲ ਕੀ ਕੀਤਾ ਸੀ, ਤਦ ਅਸੀਂ ਇਹ ਸਿੱਖ ਸਕਦੇ ਹਾਂ ਕਿ ਅਸੀਂ ਕਿਵੇਂ ਇਸ ਨੂੰ ਖੁਦ ਇਸਤੇਮਾਲ ਕਰ ਸਕਦੇ ਹਾਂ, ਅਤੇ ਇਹ ਕੀ ਇਹਨਾਂ ਨਾਲ ਲੈਸ ਕਿਵੇਂ ਹੋਈਦਾ ਹੈ। ਜਿਵੇਂ ਕਿ ਆਪ ਜਾਣਦੇ ਹੋ ਕਿ ਮੱਤੀ 4 ਅਧਿਆਇ ਦੀਆਂ ਪਹਿਲੀਆਂ 11 ਐਤਾਂ ਵਿੱਚ ਉਜਾੜ ਵਿੱਚ ਯਿਸੂ ਦੇ ਭਰਮਾਏ ਜਾਣ ਦੀ ਲਿਖਤ ਪਾਈ ਜਾਂਦੀ ਹੈ। 3 ਅਧਿਆਇ ਦਾ ਆਖਰੀ ਹਿੱਸਾ ਉਸ ਦੇ ਬਪਤਿਸਮੇ ਬਾਰੇ ਦੱਸਦਾ ਹੈ। 4 ਅਧਿਆਇ ਵਿੱਚ ਉਸ ਦੇ ਪ੍ਰਤਿਆਵੇ ਦਾ ਜ਼ਿਕਰ ਹੈ। ਹੁਣ ਜੇਕਰ ਆਪ ਨੇ ਕਦੀ ਵੀ ਮੱਤੀ ਦੀ ਅੰਜੀਲ ਦਾ ਅਧਿਐਨ ਕੀਤਾ ਹੈ, ਤਦ ਆਪ ਜਾਣਦੇ ਹੋ
ਕਿ 3 ਅਤੇ 4 ਅਧਿਆਏ ਮਿਲੇ ਹੀ ਹੋਏ ਹਨ, ਕਿਉਂਕਿ ਜਦੋਂ 3 ਅਧਿਆਏ ਵਿੱਚ ਯਿਸੂ ਦਾ ਬਪਤਿਸਮਾ ਹੁੰਦਾ ਹੈ, ਤਦ ਪ੍ਰਭੂ ਪਰਮੇਸ਼ਰ ਉਸ ਦੇ ਬਪਤਿਸਮੇ ਦੇ ਦੌਰਾਨ ਇਹ ਆਖਦਿਆਂ ਉਸ ਨੇ ਮਸੀਹ ਹੋਣ ਉੱਤੇ ਮੋਹਰ ਲਗਾਉਂਦਾ ਹੈ ਕਿ ਇਹ ਮੇਰਾ ਪ੍ਰਿਯ ਪੁੱਤਰ ਹੈ, ਜਿਸ ਤੋਂ ਮੈਂ ਪੂਰੀ ਤਰ੍ਹਾਂ ਪ੍ਰਸੰਨ ਹਾਂ। ਪਰਮੇਸ਼ਰ ਮਸੀਹ ਨੂੰ ਆਪਣਾ ਪੁੱਤਰ ਆਖਦਾ ਹੈ। ਫਿਰ ਸ਼ੈਤਾਨ ਉਸ ਨੂੰ ਬਾਹਰ ਉਜਾੜ ਵਿੱਚ ਲੈ ਜਾਂਦਾ ਹੈ। ਪ੍ਰਤਿਆਵੇ ਦਾ ਸਮੁੱਚਾ ਉਦੇਸ਼ ਇਹਨਾਂ ਪ੍ਰਸ਼ਨਾਂ ਵਿੱਚ ਹੈ ਕਿ ਬਪਤਿਸਮੇ ਦੇ ਦੌਰਾਨ ਪਰਮੇਸ਼ਰ ਨੇ ਯਿਸੂ ਬਾਰੇ ਕੀ ਆਖਿਆ ਸੀ। 3 ਪ੍ਰਤਿਆਵੇ ਹਨ ਅਤੇ ਇਹ ਸਾਰੇ ਹੀ ਇਸੇ ਤਰ੍ਹਾਂ ਦੇ ਹਨ ਜੋ ਸ਼ੈਤਾਨ ਦੇ ਪ੍ਰਤਿਆਵਿਆਂ ਵਰਗੇ ਹਨ, ਅਤੇ ਇਹ ਇਤਿਹਾਸ ਦੇ ਠੀਕ ਆਰੰਭ ਤੋਂ ਇਸੇ ਤਰ੍ਹਾਂ ਹੀ ਹਨ। ਉਸ ਨੇ ਸਿਰਫ ਪ੍ਰਮੁੱਖ ਪ੍ਰਤਿਆਵੇ ਪਾਏ ਸਨ, ਉਹ ਕਦੇ ਵੀ ਬਦਲਿਆ ਨਹੀਂ। ਉਸ ਨੇ ਇਹਨਾਂ ਵਰ੍ਹਿਆਂ ਦੇ ਦੌਰਾਨ ਕੋਈ ਨਵੀਂ ਸੋਚ ਨਹੀਂ ਪਾਈ ਹੈ। ਉਹ 3 ਤਰੀਕਿਆਂ ਨਾਲ ਸਾਨੂੰ ਪ੍ਰਭਾਉਂਦਾ ਹੈ: ਸਰੀਰ ਦੀ ਕਾਮਨਾ, ਨੇਤਰਾਂ ਦੀ ਕਾਮਨਾ, ਜੀਵਨ ਦਾ ਕਮੰਡ। 1 ਯਹੂਨਾ 2:16। ਉਸ ਨੇ ਅਦਨ ਦੇ ਬਾਗ ਵਿੱਚ ਆਦਮ ਅਤੇ ਹਵਾ ਨਾਲ ਇਸੇ ਤਰ੍ਹਾਂ ਕੀਤਾ ਸੀ। ਬਾਗ ਵਿੱਚ ਹਵਾ ਦੇ ਬਾਰੇ ਯਾਦ ਹੈ, ਉਸ ਨੇ ਠੀਕ ਇਸੇ ਤਰ੍ਹਾਂ ਹਵਾ ਨੂੰ ਫਰਮਾਇਆ ਸੀ। ਉਸ ਨੇ ਆਖਿਆ ਸੀ ਕਿ ਉਹ ਫਲ ਖਾਣ ਨੂੰ ਚੰਗਾ ਹੈ। ਸਰੀਰ ਦੀ ਕਾਮਨਾ, ਵੇਖਣ ਨੂੰ ਮਨ ਭਾਊ ਸੀ। ਨੇਤਰ ਦੀ ਕਾਮਨਾ, ਅਤੇ ਉਹ ਕਿਸੇ ਨੂੰ ਵੀ ਬੁੱਧੀਮਾਨ ਬਣਾਉਣ ਦੇ ਯੋਗ ਸੀ। ਜੀਵਨ ਦਾ ਕਮੰਡ, ਉਹ ਕਦੇ ਬਦਲਿਆ ਨਹੀਂ। ਜਦੋਂ ਅਸੀਂ ਇਸ ਪ੍ਰਤਿਆਵੇ ਦੀ ਔਕ ਕਰਦੇ ਹਾਂ, ਜਿਵੇਂ ਕਿ ਮੱਤੀ 4 ਅਧਿਆਇ ਵਿੱਚ ਵਰਣਨ ਹੈ, ਤਾਂ ਉਸ ਨੇ ਯਿਸੂ ਨਾਲ ਠੀਕ ਉਹੀ ਹੀ ਕਰਨ ਦੀ ਕੋਸ਼ਿਸ਼ ਕੀਤੀ ਸੀ ਜੋ ਉਸ ਨੇ ਬਾਗ ਵਿੱਚ ਹਵਾ ਨਾਲ ਕੀਤਾ ਸੀ। ਗੌਰ ਕਰੋ, ਪਹਿਲਾ ਪ੍ਰਤਿਆਵਾ ਸਰੀਰ ਦੀ ਕਾਮਨਾ ਨਾਲ ਸੰਬੰਧਿਤ ਪ੍ਰਤਿਆਵਾ ਸੀ। ਮੱਤੀ 4 ਅਧਿਆਇ ਵਿੱਚ ਪੜ੍ਹੋ, ਤਦ ਯਿਸੂ ਆਤਮਾ ਦੀ ਅਗਵਾਈ ਨਾਲ ਉਜਾੜ ਵਿੱਚ ਗਿਆ, ਭਾਈ ਸ਼ੈਤਾਨ ਕੋਲੋਂ ਪ੍ਰਤਿਆਵਾ ਚਾਹੇ, ਅਤੇ ਜਾਂ 40 ਦਿਨ ਅਤੇ 40 ਰਾਤ ਵਰਤ ਰੱਖਿਆ ਤਾਂ ਉੜਕ ਉਹਨੂੰ ਭੁੱਖ ਲੱਗੀ। ਤਦ ਪ੍ਰਤਿਆਉਣ ਵਾਲੇ ਨੇ ਕੋਲ ਆਣ ਕੇ ਉਹਨੂੰ ਆਖਿਆ, ਜੇ ਤੂੰ ਪਰਮੇਸ਼ਰ ਦਾ ਪੁੱਤਰ ਹੈ ਤੇ ਕਹਿ ਜੋ ਇਹ ਪੱਥਰ ਰੋਟੀਆਂ ਬਣ ਜਾਣ। ਜਿਉਂ-ਜਿਉਂ ਅਸੀਂ ਇਸ ਦੀ ਔਕ ਕਰਦੇ ਹਾਂ, ਤਦ ਇਸ ਪ੍ਰਤਿਆਵੇ ਨਾਲ ਪਾਈ ਜਾਣ ਵਾਲੀ ਸਮੱਸਿਆ ਸਿਰਫ ਜ਼ਾਹਰ ਹੋਣੀ ਚਾਹੀਦੀ ਹੈ। ਸਭ ਤੋਂ ਪਹਿਲਾਂ ਇਹ ਪ੍ਰਤਿਆਵਾ ਤਾਂ ਬਸ ਸ਼ੈਤਾਨ ਦੇ ਦੁਆਰਾ ਯਿਸੂ ਨੂੰ ਇਹ ਆਖਣਾ ਹੈ, ਆਪਣੀ ਭੁੱਖ ਨੂੰ ਇਹਨਾਂ ਪੱਥਰਾਂ ਨੂੰ ਰੋਟੀਆਂ ਬਣਾਉਣ ਦੁਆਰਾ ਸੰਤੁਸ਼ਟ ਕਰ, ਬਸ ਕੋਈ ਚਮਤਕਾਰ ਕਰ। ਦੂਸਰੇ ਸ਼ਬਦਾਂ ਵਿੱਚ ਹੀ, ਯਿਸੂ, ਜੇਕਰ ਤੂੰ ਪਰਮੇਸ਼ਰ ਦਾ ਪੁੱਤਰ ਹੈ ਤਾਂ ਤੂੰ ਭੁੱਖਾ ਕਿਉਂ ਹੈ? ਉਹ ਯਿਸੂ ਮਸੀਹ ਨੂੰ ਇਸ ਵਾਸਤੇ ਭਰਮਾ ਰਿਹਾ ਸੀ ਕਿ ਉਹ ਆਪਣੀਆਂ ਮਨੁੱਖੀਆਂ ਲੋੜਾਂ ਨੂੰ ਲੈ ਕੇ ਆਪਣੇ ਪਰਮੇਸ਼ਰ ਦੀ ਹੋਂਦ ਦੀ ਉੱਚੀ ਮਨੁੱਖ ਸ਼ਕਤੀ ਦਾ ਇਸਤੇਮਾਲ ਉਹਨਾਂ ਲੋੜਾਂ ਨੂੰ ਪੂਰਾ ਕਰਨ ਲਈ ਕਰੇ। ਜੇਕਰ ਯਿਸੂ ਉਸ ਪ੍ਰਤਿਆਵੇ ਵਿੱਚ ਡਿੱਗ ਜਾਂਦਾ, ਤਦ ਉਸ ਦਾ ਦੇਹਧਾਰੀ ਹੋਣਾ ਜਾਂਦਾ ਰਹਿੰਦਾ। ਉਸ ਨੇ ਕਦੇ ਵੀ ਸਲੀਬ ਉੱਤੇ ਦਿੱਤੇ ਜਾਣ ਦੇ ਯੋਗ ਨਹੀਂ ਸੀ ਹੋਣਾ, ਕਿਉਂਕਿ ਉਸ ਨੇ ਇਸ ਤਰ੍ਹਾਂ ਉਸੇ ਵਕਤ ਸੰਪੂਰਨ ਮਨੁੱਖ ਵਜੋਂ ਕਾਰਜ ਕਰਨਾ ਬੰਦ ਕਰ ਦਿੱਤਾ ਹੁੰਦਾ। ਉਸ ਨੇ ਪਰਮੇਸ਼ਰ ਹੁੰਦਿਆਂ ਹੋਇਆਂ ਆਪਣੀ ਮਨੁੱਖੀ ਜ਼ਰੂਰਤ ਨੂੰ ਪੂਰਾ ਕਰਨ ਲਈ ਆਪਣੀ ਸ਼ਕਤੀ ਦਾ ਇਸਤੇਮਾਲ ਨਾ ਕੀਤਾ ਹੁੰਦਾ ਸੀ, ਅਤੇ ਉਸ ਦੇ ਦੇਹਧਾਰੀ ਹੋਣਾ ਜਾਂਦਾ ਰਹਿੰਦਾ ਸੀ। ਸ਼ੈਤਾਨ ਉਸ ਮਿਸ਼ਨ ਨੂੰ ਨਾਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਵਾਸਤੇ ਮਸੀਹ ਇਸ ਧਰਤੀ ਉੱਤੇ ਆਇਆ ਸੀ। ਉਹ ਇਹ ਕੋਸ਼ਿਸ਼ ਕਰ ਰਿਹਾ ਸੀ ਕਿ ਯਿਸੂ ਤੋਂ ਪਿਤਾ ਤੋਂ ਅੱਡ ਹੋ ਕੇ ਕਾਰਜ ਕਰੇ। ਉਸ ਯਿਸੂ ਦੀ ਮਨੁੱਖੀ ਭੁੱਖ ਨਾਲ ਖੇਡ ਖੇਡਣ ਦੀ ਕੋਸ਼ਿਸ਼ ਕਰ ਰਿਹਾ ਸੀ, ਅਤੇ ਉਸ ਤੋਂ ਉਸ ਦੀ ਸ਼ਕਤੀ ਦਾ ਇਸਤੇਮਾਲ ਉਸ ਦੀ ਆਪਣੀ ਖੁਦ ਦੀ ਜ਼ਰੂਰਤ ਨੂੰ ਪੂਰਾ ਕਰਾਉਣ ਲਈ ਕਰਨਾ ਹੁੰਦਾ ਸੀ। ਦੋਸਤੋ, ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਰੇ ਅੱਜ ਦੇ ਅਧਿਐਨ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਬਣੇ ਰਹੇ। ਦੋਸਤੋ, ਅੱਜ ਅਸੀਂ ਆਤਮਿਕ ਯੁੱਧ ਦੇ ਲੜੀਵਾਰ ਅਧਿਐਨ ਦੇ ਅਧੀਨ ਪਰਮੇਸ਼ਰ ਦੇ ਇੱਕ ਹੋਰ ਸ਼ਸਤਰ ਨੂੰ ਜਾਣਨ ਦੇ ਲਈ ਡਾਕਟਰ ਡੇਵਿਡ ਜਰਮਾਇਆ ਦੇ ਨਾਲ ਆਪਣੀ ਸਿੱਖਿਆ ਨੂੰ ਸ਼ੁਰੂ ਕੀਤਾ ਸੀ। ਸਾਡਾ ਅੱਜ ਦਾ ਵਿਸ਼ਾ ਸੀ ਆਤਮਾ ਦੀ ਤਲਵਾਰ। ਆਤਮਾ ਦੀ ਤਲਵਾਰ ਦੀ ਵਿਆਖਿਆ ਕਰਦੇ ਹੋਏ ਅਸੀਂ ਸਿੱਖਿਆ ਕਿ ਇਹ ਆਤਮਾ ਦੀ ਤਲਵਾਰ ਕੁਝ ਹੋਰ ਨਹੀਂ ਬਲਕਿ ਪਰਮੇਸ਼ਰ ਦਾ ਵਚਨ ਹੈ। ਅਸੀਂ ਸਿੱਖਿਆ ਕਿ ਇਹ ਆਤਮਾ ਦੀ ਤਲਵਾਰ ਜੋ ਕਿ ਪਰਮੇਸ਼ਰ ਦਾ ਵਚਨ ਹੈ, ਆਪਣੇ ਆਪ ਵਿੱਚ ਆਤਮਾ ਨਹੀਂ ਹੈ। ਇਹ ਤਾਂ ਉਹ ਵਚਨ ਹੈ ਜੋ ਕਿ ਆਤਮਾ ਦੇ ਦੁਆਰਾ ਬੋਲਿਆ ਜਾਂਦਾ ਹੈ। ਸਾਨੂੰ ਪਰਮੇਸ਼ਰ ਦੇ ਵਚਨ ਨੂੰ ਗੰਭੀਰਤਾ ਦੇ ਨਾਲ ਪੜ੍ਹਨਾ ਚਾਹੀਦਾ ਅਤੇ ਉਸ ਦੇ ਉੱਤੇ ਮਨਨ ਕਰਨਾ ਚਾਹੀਦਾ। ਅਸਲ ਦੇ ਵਿੱਚ ਬਾਈਬਲ ਹਥਿਆਰਾਂ ਦਾ ਇੱਕ ਬਹੁਤ ਵੱਡਾ ਜ਼ਖੀਰਾ ਹੈ। ਅਸੀਂ ਯੁੱਧ ਕਰਨ ਦੇ ਲਾਇਕ ਉਦੋਂ ਤੱਕ ਨਹੀਂ ਹੁੰਦੇ ਜਦ ਤੱਕ ਇਹ ਨਹੀਂ ਜਾਣ ਲੈਂਦੇ ਕਿ ਹਥਿਆਰਾਂ ਦੇ ਜ਼ਖੀਰੇ ਅਰਥਾਤ ਬਾਈਬਲ ਦੇ ਵਿੱਚ ਜਿਹੜੀ ਤਲਵਾਰਾਂ ਹੈ ਉਹ ਕਿੱਥੇ ਹਨ। ਇਸ ਤੋਂ ਬਾਅਦ ਅਸੀਂ ਆਤਮਾ ਦੀ ਤਲਵਾਰ ਦੇ ਪ੍ਰਭਾਵਾਂ ਦੇ ਉੱਤੇ ਗੌਰ ਕਰਨਾ ਸ਼ੁਰੂ ਕੀਤਾ ਸੀ, ਜੋ ਕਿ ਸਾਡੇ ਅਗਲੇ ਪ੍ਰੋਗਰਾਮ ਦੇ ਵਿੱਚ ਵੀ ਜਾਰੀ ਰਹੇਗਾ। ਇਸ ਦੇ ਪ੍ਰਭਾਵ ਨੂੰ ਵੇਖਣ ਦੇ ਲਈ ਅਸੀਂ ਇਬਰਾਨੀਆਂ ਦੀ ਪੱਤਰੀ ਦੇ 4 ਅਧਿਆਏ ਦੀ
12 ਆਇਤ ਦੇ ਉੱਤੇ ਗੌਰ ਕੀਤਾ। ਉੱਥੇ ਇਸ ਤਰ੍ਹਾਂ ਲਿਖਿਆ ਹੋਇਆ ਹੈ, ਕਿਉਂ ਜੋ ਪਰਮੇਸ਼ਰ ਦਾ ਵਚਨ ਜਿਉਂਦਾ ਅਤੇ ਗੁਣਕਾਰ ਅਤੇ ਹਰੇਕ ਦੋ ਧਾਰੀ ਤਲਵਾਰ ਨਾਲੋਂ ਜ਼ਿਆਦਾ ਤਿੱਖਾ ਅਤੇ ਜੀਵ ਅਤੇ ਆਤਮਾ ਨੂੰ ਔਰ ਬੰਦ-ਬੰਦ ਅਤੇ ਗੁੱਦੇ ਨੂੰ ਅੱਡੋ-ਅੱਡ ਕਰਕੇ ਵਿੰਨ ਸੁੱਟਦਾ ਹੈ ਅਤੇ ਧਾਰਨਾ ਨੂੰ ਜਾਣ ਲੈਂਦਾ ਹੈ। ਇੱਕ ਭੌਤਿਕ ਤਲਵਾਰ ਸਰੀਰ ਨੂੰ ਵਿੰਨ ਸੁੱਟਦੀ ਹੈ, ਪਰ ਪਰਮੇਸ਼ਰ ਦਾ ਵਚਨ ਦਿਲਾਂ ਨੂੰ ਵਿੰਨਦਾ ਹੈ। ਭੌਤਿਕ ਤਲਵਾਰ ਇਸਤੇਮਾਲ ਕਰਨ ਦੇ ਦੌਰਾਨ ਖੁੰਡੀ ਹੋ ਜਾਂਦੀ ਹੈ, ਪਰ ਪਰਮੇਸ਼ਰ ਦਾ ਵਚਨ ਜੋ ਕਿ ਆਤਮਾ ਦੀ ਤਲਵਾਰ ਹੈ, ਜਿੰਨਾ ਜ਼ਿਆਦਾ ਉਹਦਾ ਇਸਤੇਮਾਲ ਹੁੰਦਾ ਹੈ ਉਹ ਉਨੀ ਹੀ ਤੇਜ਼ ਹੁੰਦੀ ਜਾਂਦੀ ਹੈ। ਇਹ ਭੌਤਿਕ ਤਲਵਾਰ ਨੂੰ ਇੱਕ ਸਿਪਾਹੀ ਦੇ ਹੱਥ ਦੀ ਜ਼ਰੂਰਤ ਹੁੰਦੀ ਹੈ ਤਾਂ ਕਿ ਉਹਨੂੰ ਫੜ ਸਕੇ, ਪਰ ਪਰਮੇਸ਼ਰ ਦੇ ਵਚਨ ਨੂੰ ਕਿਸੇ ਦੇ ਵੀ ਹੱਥ ਦੀ ਜ਼ਰੂਰਤ ਨਹੀਂ ਪੈਂਦੀ। ਇਹ ਆਪਣੀ ਖੁਦ ਦੀ ਮੁਕਤੀ ਰੱਖਦੀ ਹੈ। ਇਹ ਸਿਪਾਹੀ ਦੇ ਹੱਥ ਤੋਂ ਬਗੈਰ ਵੀ ਕੰਮ ਕਰਨ ਦੇ ਯੋਗ ਹੈ। ਇੱਕ ਭੌਤਿਕ ਤਲਵਾਰ ਵਿੰਨਣ ਨੂੰ ਜ਼ਖਮੀ ਕਰਦੀ ਹੈ, ਪਰ ਆਤਮਿਕ ਤਲਵਾਰ ਚੰਗੇ ਕਰਨ ਲਈ ਜ਼ਖਮ ਕਰਦੀ ਹੈ। ਦੋਸਤੋ, ਹੁਣ ਤੁਸੀਂ ਆਤਮਿਕ ਅਤੇ ਭੌਤਿਕ ਤਲਵਾਰ ਦੇ ਫਰਕ ਨੂੰ ਸਮਝ ਗਏ ਹੋਵੋਗੇ। ਦੋਸਤੋ, ਅਸੀਂ ਆਪਣੇ ਇਸ ਅਧਿਐਨ ਨੂੰ ਅਗਲੇ ਪ੍ਰੋਗਰਾਮ ਦੇ ਵਿੱਚ ਵੀ ਜਾਰੀ ਰੱਖਾਂਗੇ। ਅਸੀਂ ਆਪਣੇ ਪ੍ਰੋਗਰਾਮ ਨੂੰ ਹੁਣ ਇੱਥੇ ਹੀ ਸਮਾਪਤ ਕਰਦੇ ਹਾਂ। ਹੁਣ ਸਾਨੂੰ ਇਜਾਜ਼ਤ ਦਿਓ, ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਮਿਲਾਂਗੇ। ਆਓ ਆਖਿਰ ਦੇ ਵਿੱਚ ਆਪਾਂ ਪ੍ਰਾਰਥਨਾ ਕਰਦੇ ਹਾਂ। ਸਾਡੇ ਮਹਾਨ ਪ੍ਰੇਮੀ ਪਰਮੇਸ਼ਵਰ, ਸੈਨਾਵਾਂ ਦੇ ਯਹੋਵਾ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਨੂੰ ਪਿਤਾ ਪਰਮੇਸ਼ਵਰ ਰੋਜ਼ ਬਰੋਜ਼ ਆਪਣੇ ਆਤਮਾ ਦੇ ਹਥਿਆਰਾਂ ਦੀ ਨਵੀਆਂ ਗੱਲਾਂ ਸਿਖਾ ਰਹੇ ਹੋ। ਪ੍ਰਭੂ, ਅੱਜ ਤੁਸੀਂ ਪ੍ਰਭੂ ਜੀ ਸਾਨੂੰ ਆਤਮਾ ਦੀ ਤਲਵਾਰ ਬਾਰੇ ਸਿਖਾਇਆ ਜੋ ਕਿ ਤੁਹਾਡਾ ਵਚਨ ਹੈ। ਪ੍ਰਭੂ, ਸਾਨੂੰ ਪਤਾ ਲੱਗਿਆ ਕਿ ਇਹ ਆਤਮਾ ਦੀ ਤਲਵਾਰ ਅਸਲ ਦੇ ਵਿੱਚ ਇੱਕ ਤਲਵਾਰ ਨਹੀਂ ਹੈ, ਬਲਕਿ ਇਹ ਇੱਕ ਪੂਰਾ ਜ਼ਖੀਰਾ ਹੈ। ਔਰ ਜਦ ਤੱਕ ਅਸੀਂ ਇਸ ਦੀ ਸਮਝ ਨੂੰ ਨਹੀਂ ਹਾਸਿਲ ਕਰ ਲੈਂਦੇ, ਤਦ ਤੱਕ ਅਸੀਂ ਇਸ ਜ਼ਖੀਰੇ ਤੋਂ ਉਹਨਾਂ ਤਲਵਾਰਾਂ ਦਾ ਇਸਤੇਮਾਲ ਵੀ ਨਹੀਂ ਕਰ ਸਕਦੇ ਜਿਹੜੀਆਂ ਕਿ ਤੁਸੀਂ ਸਾਨੂੰ ਦਿੱਤੀਆਂ ਗਈਆਂ ਤਾਂ ਕਿ ਅਸੀਂ ਸ਼ੈਤਾਨ ਦਾ ਸਾਹਮਣਾ ਕਰ ਸਕੀਏ। ਪਿਤਾ, ਸਾਡੀ ਪ੍ਰਾਰਥਨਾ ਹੈ ਕਿ ਤੁਸੀਂ ਸਾਨੂੰ ਬੁੱਧੀਮਾਨ ਬਣਾਓ, ਸਾਨੂੰ ਕੁਸ਼ਲ ਬਣਾਓ ਤਾਂ ਕਿ ਅਸੀਂ ਤੁਹਾਡੀ ਆਤਮਾ ਦੀ ਤਲਵਾਰ ਦਾ ਸਹੀ ਔਰ ਸੁਚੱਜੇ ਢੰਗ ਨਾਲ ਇਸਤੇਮਾਲ ਕਰ ਸਕੀਏ। ਪਿਤਾ ਪਰਮੇਸ਼ਵਰ, ਅਸੀਂ ਆਪਣੇ ਆਪ ਨੂੰ, ਆਪਣੇ ਸਾਰੇ ਦਰਸ਼ਕਾਂ ਨੂੰ ਤੁਹਾਡੇ ਹੱਥਾਂ ਵਿੱਚ ਸੌਂਪਦੇ ਹਾਂ ਔਰ ਪ੍ਰਾਰਥਨਾ ਕਰਦੇ ਹਾਂ ਪਿਤਾ ਪਰਮੇਸ਼ਵਰ, ਸਾਨੂੰ ਆਪਣੇ ਵਚਨ ਦੇ ਵਿੱਚ ਪਰਿਪੱਕਵ ਕਰੋ। ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਇਸ ਪ੍ਰਾਰਥਨਾ ਨੂੰ ਮੰਗਦੇ ਹਾਂ। ਆਮੀਨ। ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।